वेलकम इन द क्लास। ਅੱਜ ਆਪਣਾ ਯੂਨਿਟ 2 ਚੈਪਟਰ 1 ਦਾ ਨੈਕਸਟ ਟੌਪਿਕ ਹੈਗਾ ਓਮਸ ਲਾਅ। ਪਿਛਲੇ ਆਰਟੀਕਲਸ ਤੇ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੰਪਲੀਟ ਕੀਤੇ ਸੀ, ਤਾਂ ਇਹ ਆਪਣਾ ਹੈਗਾ 7th ਆਰਟੀਕਲ ਓਮਸ ਲਾਅ। ਤਾਂ ਓਮਸ ਲਾਅ ਆਪਾਂ ਪਹਿਲਾਂ ਵੀ ਪਿਛਲੀਆਂ ਕਲਾਸਾਂ ਵਿੱਚ ਪੜ੍ਹ ਚੁੱਕੇ ਹਾਂ। ਤਾਂ ਉਹਨਾਂ ਦੇ ਅਕੋਰਡਿੰਗ ਆਪਣੇ ਕੋਲੇ ਕੀ ਸੀ ਕਿ ਜੇ ਆਪਾਂ ਫਿਜ਼ੀਕਲ ਕੰਡੀਸ਼ਨਸ ਮੀਨਸ ਟੈਂਪਰੇਚਰ, ਮਕੈਨੀਕਲ ਸਟ੍ਰੇਨ ਵਗੈਰਾ ਸਭ ਕੁਝ ਕੀ ਆ ਕੌਨਸਟੈਂਟ ਰੱਖ ਰਹੇ ਹਾਂ, ਕੁਝ ਵੀ ਚੇਂਜ ਆਪਾਂ ਨਹੀਂ ਕਰ ਰਹੇ, ਤਾਂ ਆਪਣੇ ਕੋਲੇ ਕੀ ਆ ਕਿਸੇ ਵੀ ਕੰਡਕਟਰ ਦੇ ਅੰਦਰ ਜਿੰਨਾ ਕਰੰਟ ਪਾਸ ਕਰ ਰਿਹਾ ਉਹ ਡਾਇਰੈਕਟਲੀ ਡਿਪੈਂਡ ਕਿਹਦੇ ਉੱਪਰ ਕਰੂਗਾ ਕਿ ਦੋਨੋਂ ਐਂਡਸ ਦੇ ਅਕਰੋਸ ਆਪਾਂ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕੀਤਾ ਹੋਇਆ। ਤਾਂ ਹੁਣ ਇਸੇ ਕਰਕੇ ਆਪਾਂ ਕੀ ਕਿਹਾ ਸੀਗਾ, ਕਰੰਟ ਜਿੰਨਾ ਫਲੋ ਕੀਤਾ ਉਹਨੂੰ ਆਪਾਂ ਡਿਨੋਟ ਕਰਦੇ ਹਾਂ I ਦੇ ਨਾਲ, ਪੋਟੈਂਸ਼ੀਅਲ ਡਿਫਰੈਂਸ ਆਪਾਂ ਡਿਨੋਟ ਕਰਦੇ ਹਾਂ V ਦੇ ਨਾਲ। ਤਾਂ V ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ I ਦੇ, ਕਿਉਂਕਿ ਜਿੰਨਾ ਆਪਾਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਾਂਗੇ ਉਨਾ ਹੀ ਆਪਣੇ ਕੋਲ ਕਰੰਟ ਆਊਗਾ। ਤਾਂ ਹਮੇਸ਼ਾ ਹੀ ਆਪਾਂ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਹਟਾ ਕੇ ਇਕੁਅਲ ਟੂ ਦਾ ਸਾਈਨ ਲਗਾਉਂਦੇ ਹਾਂ ਅਤੇ ਉਹਦੇ ਨਾਲ ਇੱਕ ਕੀ ਹੈ ਕੌਨਸਟੈਂਟ ਆਫ ਪ੍ਰਪੋਰਸ਼ਨੈਲਿਟੀ ਲਗਾਈਦਾ। ਇੱਥੇ ਆਪਣੇ ਕੋਲੇ ਕੌਨਸਟੈਂਟ ਕਿਹੜਾ ਹੈ R, ਤੇ R ਆਪਣੇ ਕੋਲੇ ਕੀ ਹੈ ਇਲੈਕਟ੍ਰੀਕਲ ਰੈਜ਼ਿਸਟੈਂਸ। ਤਾਂ ਇਕੁਏਸ਼ਨ ਕੀ ਬਣ ਗਈ V ਇਜ਼ ਇਕੁਅਲ ਟੂ RI। ਤਾਂ ਜਦੋਂ ਆਪਾਂ ਇਹਦੇ ਵਿੱਚ ਗ੍ਰਾਫ ਪਲਾਟ ਕਰਦੇ ਹਾਂ V ਤੇ I ਦੇ ਵਿੱਚ, ਉਹ ਆਪਣੇ ਕੋਲ ਇੱਕ ਸਟ੍ਰੇਟ ਲਾਈਨ ਆਉਂਦਾ ਹੈ। ਤਾਂ ਉਹ ਆਪਣੇ ਕੋਲੇ ਕਿੰਨਾ ਦੇ ਲਈ ਆ ਜਾਊਗਾ, ਓਮਿਕ ਰੈਜ਼ਿਸਟੈਂਸ ਦੇ ਲਈ, ਮਤਲਬ ਜਿਹੜੇ ਓਮਸ ਲਾਅ ਨੂੰ ਫੋਲੋ ਕਰਦੇ ਆ। ਨੈਕਸਟ ਹੈ ਆਪਣੇ ਕੋਲ ਰੈਜ਼ਿਸਟੈਂਸ ਆਫ ਅ ਕੰਡਕਟਰ, ਕਿ ਰੈਜ਼ਿਸਟੈਂਸ ਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ। ਕਿਸੇ ਵੀ ਕੰਡਕਟਰ ਦੇ ਲਈ ਰੈਜ਼ਿਸਟੈਂਸ ਦੀ ਵੈਲਿਊ ਆਪਣੇ ਕੋਲ ਕਿਵੇਂ ਆਊਗੀ ਕਿ ਰੇਸ਼ੀਓ ਹੋਊਗੀ ਆਪਣੇ ਕੋਲੇ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਆਪਾਂ ਅਪਲਾਈ ਕੀਤਾ ਹੋਇਆ ਕੰਡਕਟਰ ਨੂੰ, ਕਿਹਦੇ ਨਾਲ ਰੇਸ਼ੀਓ ਆਊਗੀ, ਕਰੰਟ ਦੇ ਨਾਲ। ਆਪਾਂ ਇਸ ਇਕੁਏਸ਼ਨ ਤੋਂ ਵੀ ਡਰਾਈਵ ਕਰ ਸਕਦੇ ਹਾਂ। ਇੱਥੇ ਸੀਗਾ V ਇਜ਼ ਇਕੁਅਲ ਟੂ RI, R ਆਪਣੇ ਕੋਲੇ ਕੀ ਸੀਗਾ ਰੈਜ਼ਿਸਟੈਂਸ, ਤਾਂ R ਕਿਹਦੇ ਇਕੁਅਲ ਹੋ ਜਾਊਗਾ V ਅਪੋਨ I। ਤਾਂ ਯੂਨਿਟ ਕੀ ਨੇ ਆਪਣੇ ਕੋਲੇ, ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ ਮੈਜਰ ਕਰਦੇ ਹਾਂ ਵੋਲਟ ਦੇ ਵਿੱਚ, ਕਰੰਟ ਨੂੰ ਆਪਾਂ ਮੈਜਰ ਕਰਦੇ ਹਾਂ ਐਂਪੀਅਰ ਦੇ ਵਿੱਚ। ਤਾਂ ਆਪਣੇ ਕੋਲੇ R ਦੀ ਵੈਲਿਊ ਕਿੰਨੀ ਆ, ਯੂਨਿਟ ਆਪਾਂ ਜਿਹੜੀ ਫਾਈਂਡ ਕਰਨੀ 1 ਵੋਲਟ ਪਰ ਐਂਪੀਅਰ, ਤੇ ਉਹ ਕਿਹਦੇ ਇਕੁਅਲ ਹੁੰਦਾ 1 ਓਮ। ਹੁਣ ਮੇਨ ਆਪਣੇ ਕੋਲ ਕੀ ਹੈ ਕਿ ਕਾਜ਼ ਕੀ ਹੈ ਰੈਜ਼ਿਸਟੈਂਸ ਦੇ ਕੇ। ਜੇ ਹੁਣ ਕਿਸੇ ਕੰਡਕਟਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਰੈਜ਼ਿਸਟੈਂਸ ਕੀ ਆ, ਇੱਕ ਆਪੋਜੀਸ਼ਨ ਆ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗਣਾ ਇਹਨੇ ਹਮੇਸ਼ਾ ਹੀ। ਤਾਂ ਇਹਨੇ ਕੀਗਾ ਇੱਕ ਆਪੋਜੀਸ਼ਨ, ਇੱਕ ਰੁਕਾਵਟ ਪੈਦਾ ਕਰਨੀ ਹੈ ਕੰਡਕਟਰ ਦੇ ਅੰਦਰ, ਕਿ ਉਹਦੇ ਵਿੱਚ ਜਿਹੜਾ ਚਾਰਜ ਫਲੋ ਹੋ ਰਿਹਾ, ਚਾਰਜ ਨੂੰ ਫਲੋ ਕਰਨ ਦੇ ਲਈ ਆਪੋਜੀਸ਼ਨ ਪ੍ਰੋਡਿਊਸ ਕਰਨੀ ਆ। ਕਿਹਨੇ ਪ੍ਰੋਡਿਊਸ ਕਰਨੀ ਹੈ, ਰੈਜ਼ਿਸਟੈਂਸ ਨੇ। ਹੁਣ ਜੇ ਆਪਾਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰ ਰਹੇ ਹਾਂ ਕੰਡਕਟਰ ਦੇ ਦੋਨੋਂ ਐਂਡਸ ਦੇ ਅਕਰੋਸ, ਤਾਂ ਇੱਕ ਇਲੈਕਟ੍ਰਿਕ ਫੀਲਡ ਨੇ ਸੈਟਅਪ ਕਰਨਾ ਸ਼ੁਰੂ ਕਰ ਦੇਣਾ, ਜਾਂ ਆਪਾਂ ਕਹਿ ਸਕਦੇ ਕਿ ਗਰੋ ਕਰਨ ਲੱਗ ਗਈ। ਤਾਂ ਇਸ ਇਲੈਕਟ੍ਰਿਕ ਫੀਲਡ ਦੇ ਕਾਰਨ ਹੀ ਜਿਹੜੇ ਫ੍ਰੀ ਇਲੈਕਟ੍ਰੋਨਸ ਪਏ ਹੋਣਗੇ ਉਹਨਾਂ ਨੇ ਕੀ ਐਕਸਲਰੇਟ ਕਰਨਾ ਸ਼ੁਰੂ ਕਰ ਦੇਣਾ। ਹੁਣ ਜਦੋਂ ਇਲੈਕਟ੍ਰੋਨਸ ਨੇ ਮੂਵ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕੀ ਕਰਨਾ, ਪੋਜ਼ਿਟਿਵ ਆਇਨਸ ਦੇ ਐਟਮਸ ਦੇ ਨਾਲ ਲਗਾਤਾਰ ਕਿ ਉਹਨਾਂ ਦੀ ਕਲਿਜ਼ਨਸ ਹੁੰਦੀਆਂ ਰਹਿਣਗੀਆਂ, ਉਹ ਸਟਰਾਈਕ ਕਰਦੇ ਰਹਿਣਗੇ, ਅਤੇ ਇਸੇ ਕਰਕੇ ਮੋਸ਼ਨ ਕੀ ਆ ਅਪੋਜ਼ ਹੋ ਜਾਊਗਾ, ਉਹਨੂੰ ਅੱਗੇ ਵਧਣ ਤੋਂ ਰੋਕਣਗੇ। ਤਾਂ ਹੁਣ ਜਿਹੜੀ ਅਪੋਜੀਸ਼ਨ ਦਿੱਤੀ ਆ ਆਇਨਸ ਨੇ ਅਤੇ ਐਟਮਸ ਨੇ, ਇਹ ਆਪਣੇ ਕੋਲੇ ਕੀ ਹੋ ਜਾਊਗੀ, ਰੈਜ਼ਿਸਟੈਂਸ ਆਫ ਦੀ ਕੰਡਕਟਰ। ਨੈਕਸਟ ਹੈ ਆਪਣੇ ਕੋਲੇ ਰੈਜ਼ਿਸਟਿਵਿਟੀ। ਹੁਣ ਆਪਾਂ ਰੈਜ਼ਿਸਟਿਵਿਟੀ ਫਾਈਂਡ ਕਰਨੀ ਹੈ ਤਾਂ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ। ਤਾਂ ਰੈਜ਼ਿਸਟਿਵਿਟੀ ਨੂੰ ਆਪਾਂ ਲਿਖਣਾ ਹੈ ਕਿ ਕਿਸੇ ਵੀ ਕੰਡਕਟਰ ਦੀ ਰੈਜ਼ਿਸਟੈਂਸ ਆ ਜਿਹੜੀ R, ਉਹ ਕਿਹਦੇ ਉੱਪਰ ਡਿਪੈਂਡ ਕਰੂਗੀ ਕਿ ਜਿਹੜਾ ਆਪਾਂ ਨੂੰ ਕੰਡਕਟਰ ਦਿੱਤਾ ਹੋਇਆ ਉਹਦੀ ਲੈਂਥ ਕਿੰਨੀ ਹੈ। ਲੈਂਥ ਨੂੰ ਆਪਾਂ ਕੀ ਹਮੇਸ਼ਾ ਹੀ L ਦੇ ਨਾਲ ਡਿਨੋਟ ਕਰਦੇ ਹਾਂ। ਨੈਕਸਟ ਆਪਣੇ ਕੋਲ ਹੋਰ ਕਿਹੜੇ ਫੈਕਟਰ ਦੇ ਉੱਪਰ ਡਿਪੈਂਡ ਕਰਦੇ ਕਿ ਉਸ ਕੰਡਕਟਰ ਦਾ ਕ੍ਰੋਸ ਸੈਕਸ਼ਨਲ ਏਰੀਆ ਕਿੰਨਾ ਹੈ। ਤਾਂ ਕ੍ਰੋਸ ਸੈਕਸ਼ਨਲ ਏਰੀਆ ਆਪਾਂ ਕਿਹਦੇ ਨਾਲ ਲਿਖ ਦਿੰਦੇ ਹਾਂ A ਦੇ, ਅਤੇ ਉਹਦੇ ਨਾਲ ਡਿਪੈਂਡ ਕਿਵੇਂ ਕਰਨਾ, ਇਨਵਰਸਲੀ। ਕਿ ਜੇ ਆਪਾਂ ਏਰੀਆ ਨੂੰ ਇਨਕਰੀਜ਼ ਕਰੀ ਜਾਂਦੇ ਹਾਂ, ਮਤਲਬ ਆਪਾਂ ਚੌੜਾਈ ਦੀ ਗੱਲ ਕਰ ਰਹੇ ਹਾਂ, ਲੰਬਾਈ ਤਾਂ ਆਪਣੇ ਕੋਲ L ਦੇ ਨਾਲ ਹੋ ਗਈ। ਹੁਣ ਏਰੀਆ ਮਤਲਬ ਉਹਦੀ ਬਾਂਹ ਜੇ ਚੌੜਾਈ ਦੀ ਵਾਇਰ ਦੀ ਗੱਲ ਕੀਤੀ ਤਾਂ ਉਹ ਕਿੰਨੀ ਮੋਟੀ ਸੀ ਜਾਂ ਕਿੰਨੀ ਪਤਲੀ ਦਿੱਤੀ ਹੋਈ ਸੀ, ਤਾਂ ਉਹਦਾ ਕੀ ਹੋ ਜਾਊਗਾ ਏਰੀਆ। ਤਾਂ ਉਹਦੇ ਇਨਵਰਸਲੀ ਡਿਪੈਂਡ ਕਰੂ, ਜੇ ਏਰੀਆ ਘੱਟ ਹੋਊਗਾ ਤਾਂ ਰੈਜ਼ਿਸਟੈਂਸ ਦੀ ਵੈਲਿਊ ਜ਼ਿਆਦਾ ਹੋਊਗੀ, ਆਪੋਜ਼ਿਟ ਹੋ ਜਾਣਗੀ, ਇੱਕ ਚੀਜ਼ ਵਧਣੀ ਹੈ ਅਤੇ ਇੱਕ ਚੀਜ਼ ਘਟਣੀ ਹੈ। ਹੁਣ ਜੇ ਆਪਾਂ ਦੋਨੋਂ ਫੈਕਟਰਸ ਨੂੰ ਕੰਬਾਈਨ ਕਰ ਦਈਏ ਤਾਂ R ਕਿਹਦੇ ਪ੍ਰਪੋਰਸ਼ਨਲੀ ਹੋ ਜਾਊਗਾ, L ਅਪੋਨ A। ਹੁਣ ਫਿਰ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਹਟਾ ਕੇ ਆਪਾਂ ਕੀ ਆ ਕੌਨਸਟੈਂਟ ਲਗਾਵਾਂਗੇ, ਤਾਂ ਉਹ ਕੌਨਸਟੈਂਟ ਕਿੰਨਾ ਹੋ ਜਾਊਗਾ, ਰੋ ਆਪਣੇ ਕੋਲੇ ਕੀ ਹੋ ਜਾਊਗੀ, ਇਲੈਕਟ੍ਰੀਕਲ ਰੈਜ਼ਿਸਟਿਵਿਟੀ, ਜਾਂ ਆਪਾਂ ਨੂੰ ਕਹਿ ਸਕਦੇ ਹਾਂ ਸਪੈਸੀਫਿਕ ਰੈਜ਼ਿਸਟੈਂਸ। ਤਾਂ R ਇਜ਼ ਇਕੁਅਲ ਟੂ ਰੋ L ਅਪੋਨ A। ਹੁਣ ਨੈਕਸਟ ਆਪਣੇ ਕੋਲ ਕੀ ਹੈ, ਜੇ ਆਪਾਂ ਸਭ ਨੂੰ ਯੂਨਿਟ ਦੇ ਇਕੁਅਲ ਰੱਖਦੇ, ਮਤਲਬ ਲੈਂਥ ਵੀ ਉਸ ਕੰਡਕਟਰ ਦੀ 1 ਦੇ ਇਕੁਅਲ ਆ, ਏਰੀਆ ਵੀ ਕੀ ਆ 1 ਦੇ ਇਕੁਅਲ ਆ, ਤਾਂ R ਕਿਹਦੇ ਇਕੁਅਲ ਹੋ ਜਾਊਗਾ, ਰੋ। ਤਾਂ ਸਪੈਸੀਫਿਕ ਰੈਜ਼ਿਸਟੈਂਸ ਆ ਜਿਹੜੀ ਕੰਡਕਟਰ ਦੀ, ਉਹ ਕੀ ਆ ਨਿਊਮੈਰੀਕਲੀ ਇਕੁਅਲ ਕਿਹਦੇ ਹੋ ਜਾਊਗੀ, ਰੈਜ਼ਿਸਟੈਂਸ ਦੇ। ਤਾਂ ਉਹ ਕਦੋਂ ਹੋ ਰਹੀ ਹੈ, ਜੇ ਆਪਾਂ ਉਸ ਕੰਡਕਟਰ ਦਾ ਯੂਨਿਟ ਲੈਂਥ ਤੇ ਯੂਨਿਟ ਏਰੀਆ ਆਫ ਕ੍ਰੋਸ ਸੈਕਸ਼ਨ ਲੈ ਕੇ ਚੱਲਦੇ ਹਾਂ। ਨੈਕਸਟ ਕੀ ਆਪਾਂ ਜੇ ਯੂਨਿਟ ਫਾਈਂਡ ਕਰਨੀ ਹੈ ਰੈਜ਼ਿਸਟਿਵਿਟੀ ਦੀ, ਤਾਂ ਹੁਣ ਇੱਥੋਂ ਰੋ ਦੀ ਵੈਲਿਊ ਕੱਢ ਲਓ, R ਇੰਟੂ A ਅਪੋਨ L। ਤਾਂ ਐਸੇ ਯੂਨਿਟ ਕੀ ਹੋ ਜਾਊਗੀ, ਓਮ ਮੀਟਰ। ਹੁਣ ਨੈਕਸਟ ਆਰਟੀਕਲ ਹੈਗਾ ਆਪਣੇ ਕੋਲੇ ਫੈਕਟਰਸ ਅਫੈਕਟਿੰਗ ਇਲੈਕਟ੍ਰੀਕਲ ਰੈਜ਼ਿਸਟਿਵਿਟੀ। ਹੁਣ ਪਿਛਲੇ ਦੇ ਵਿੱਚ ਆਰਟੀਕਲਸ ਵਿੱਚ ਆਪਾਂ ਵੈਲਿਊਜ਼ ਫਾਈਂਡ ਕੀਤੀਆਂ ਸੀਗੀਆਂ ਡ੍ਰਿਫਟ ਵੈਲੋਸਿਟੀ ਦੀਆਂ, ਕਰੰਟ ਦੀਆਂ, ਇਨ ਫੋਰਮ ਆਫ ਡ੍ਰਿਫਟ ਵੈਲੋਸਿਟੀ, ਆਪਾਂ ਉਹ ਵੈਲਿਊਜ਼ ਯੂਜ਼ ਕਰਾਂਗੇ। ਤਾਂ ਐਵਰੇਜ ਰਿਲੈਕਸੇਸ਼ਨ ਟਾਈਮ ਆਪਣੇ ਕੋਲੇ ਕੀ ਸੀਗਾ ਕਿ ਇਲੈਕਟ੍ਰੀਕਲ ਰੈਜ਼ਿਸਟੈਂਸ ਨੂੰ ਆਪਾਂ ਨੂੰ ਸਮਝਣ ਦੇ ਵਿੱਚ ਆਪਣੀ ਹੈਲਪ ਕੀਤੀ। ਤਾਂ ਇਸੇ ਕਰਕੇ ਆਪਾਂ ਐਕਸਪ੍ਰੈਸ਼ਨ ਡਰਾਈਵ ਕਰਨਾ ਕੰਡਕਟਰ ਦੀ ਰੈਜ਼ਿਸਟੈਂਸ ਦਾ, ਕਿਹਦੀ ਟਰਮਸ ਦੇ ਵਿੱਚ ਆਪਾਂ ਫਾਈਂਡ ਕਰਾਂਗੇ, ਐਵਰੇਜ ਰਿਲੈਕਸੇਸ਼ਨ ਟਾਈਮ ਟਾਓ ਤੇ ਇਲੈਕਟ੍ਰੋਨ ਡੈਂਸਿਟੀ ਐਨ ਦੇ ਵਿੱਚ। ਹੁਣ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਕੋਈ ਵੀ ਇੱਕ ਕੰਡਕਟਰ ਆ ਜਿਹਦੀ ਲੈਂਥ L ਦਿੱਤੀ ਹੋਈ ਹੈ ਅਤੇ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ A, ਤਾਂ ਉਸ ਕੰਡਕਟਰ ਦੇ ਅੰਦਰ n ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ
ਪਏ ਨੇ लाई ਕਰਦੇ ਆ। ਤੇ ਜੇ ਇਲੈਕਟ੍ਰਿਕ ਫੀਲਡ E ਆਪਾਂ ਅਪਲਾਈ ਕੀਤੀ ਹੋਈ ਹੈ ਕੰਡਕਟਰ ਦੇ ਦੋਨੋਂ ਐਂਡਸ ਦੇ ਅਕਰੋਸ, ਤਾਂ ਡ੍ਰਿਫਟ ਵੈਲੋਸਿਟੀ ਦੀ ਵੈਲਿਊ ਕਿਹਦੇ ਇਕੁਅਲ ਆ ਜੂਗੀ E upon m into tau। ਤਾਂ ਹੁਣ ਜਿੰਨਾ ਵੀ ਉਸ ਕੰਡਕਟਰ ਦੇ ਅੰਦਰ ਕਰੰਟ ਫਲੋ ਕਰ ਰਿਹਾ ਸੀ ਇਸ ਡ੍ਰਿਫਟ ਵੈਲੋਸਿਟੀ ਦੇ ਕਾਰਨ, ਤਾਂ ਉਹ ਆਪਣੇ ਕੋਲ ਕਿੰਨੀ ਵੈਲਿਊ ਆਊਗੀ I ਇਜ਼ ਇਕੁਅਲ ਟੂ NA VD ਇੰਟੂ E। N ਆਪਣੇ ਕੋਲ ਕੀ ਸੀ, ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ, A ਏਰੀਆ ਆਫ ਕ੍ਰੋਸ ਸੈਕਸ਼ਨ ਹੋ ਗਿਆ, VD ਡ੍ਰਿਫਟ ਵੈਲੋਸਿਟੀ ਸੀ, E ਆਪਣੇ ਕੋਲ ਕੀ ਇਲੈਕਟ੍ਰੋਨਸ ਸੀ ਜਿਹੜਾ ਆਪਣੇ ਕੋਲ ਚਾਰਜ ਲੈ ਕੇ ਚੱਲਦੇ ਆ। ਤਾਂ ਹੁਣ VD ਦੀ ਜਿੰਨੀ ਵੈਲਿਊ ਸੀ ਉਹ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ। ਤਾਂ ਇਹ ਇਕੁਏਸ਼ਨ ਕੀ ਬਣ ਜੂਗੀ I ਇਜ਼ ਇਕੁਅਲ ਟੂ NA ਇੰਟੂ E upon m ਇੰਟੂ ਟਾਓ। E ਆਪਣੇ ਕੋਲ ਐਜ਼ ਇਟ ਇਜ਼ ਰਹਿ ਜੂਗਾ, ਤੁਹਾਨੂੰ ਮਲਟੀਪਲਾਈ ਕਰ ਦੋ NA E ਸਕੁਅਰ E ਟਾਓ upon m। ਬਟ ਹੁਣ ਨੈਕਸਟ ਆਪਣੇ ਕੋਲ ਕੀ ਆ ਕਿ ਇਲੈਕਟ੍ਰਿਕ ਫੀਲਡ ਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ V upon L, ਕਿ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਆਪਾਂ ਅਪਲਾਈ ਕੀਤਾ ਹੋਇਆ ਸੀਗਾ ਕੰਡਕਟਰ ਦੇ ਦੋਨੋਂ ਐਂਡਸ ਦੇ ਅਕਰੋਸ, ਤੇ ਕਿੰਨੀ ਲੈਂਥ ਸੀਗੀ ਜਾਂ ਦੋਨੋਂ ਐਂਡਸ ਦੇ ਵਿਚਕਾਰ ਕਿੰਨੀ ਡਿਸਟੈਂਸ ਦਿੱਤੀ ਹੋਈ, ਜੇ ਆਪਾਂ ਕਹਦੇ ਕਿ ਇੱਕ ਐਂਡ ਇੱਥੇ A ਤੇ B, ਤਾਂ ਉਹ ਕਿੰਨੀ ਡਿਸਟੈਂਸ ਸੀਗੀ ਜਾਂ ਇਸ ਦੀ ਲੈਂਥ ਕਿੰਨੀ ਹੈ, ਤਾਂ ਆਪਾਂ L ਨਾਲ ਲੈ ਕੇ ਚੱਲੇ। ਹੁਣ ਇੱਥੇ ਵੀ ਆਪਣੇ ਕੋਲ E ਆ ਰਿਹਾ ਸੀ ਤਾਂ V upon L ਆਪਾਂ ਪੁੱਟ ਕਰ ਦੇਵਾਂਗੇ। ਤਾਂ ਇਸ ਇਕੁਏਸ਼ਨ ਦੇ ਵਿੱਚੋਂ ਆਪਾਂ V upon I ਦੀ ਵੈਲਿਊ ਕੱਢਣੀ। ਹੁਣ ਇੱਧਰ ਆਪਣੇ ਕੋਲ V ਸੀ, I ਇਹਦਾ ਨਿਊਮੀਨੇਟਰ ਦੇ ਵਿੱਚ ਆ ਤਾਂ ਡਿਨੋਮੀਨੇਟਰ ਚੱਲ ਜੂ, ML ਡਿਨੋਮੀਨੇਟਰ ਸੀਗਾ ਤਾਂ ਇਹਨੇ ਕਿਹਾ ਨਿਊਮੀਨੇਟਰ ਚੱਲ ਜਾਂਦਾ। ਇਕੁਏਸ਼ਨ ਕੀ ਬਣ ਜੂਗੀ V upon I ਦੀ ML upon NA E ਸਕੁਅਰ upon ਟਾਓ। ਬਟ ਆਪਣੇ ਕੋਲ ਓਮਸ ਲਾਅ ਦੇ ਅਕੋਰਡਿੰਗ ਕੀ ਸੀਗਾ ਕਿ V upon I ਕਿਹਦੇ ਇਕੁਅਲ ਹੁੰਦਾ ਹੈ R, ਤਾਂ ਆਹ ਸਾਰੀ ਵੈਲਿਊ ਕਿਹਦੇ ਇਕੁਅਲ ਹੋ ਜੂਗੀ R ਦੇ। ਤਾਂ ਇਕੁਏਸ਼ਨ ਕਿੰਨੀ ਬਣ ਗਈ R ਇਜ਼ ਇਕੁਅਲ ਟੂ ML upon NE ਸਕੁਅਰ ਟਾਓ E। ਹੁਣ ਇਹਦੇ ਵਿੱਚ ਕੀ ਕਰਾਂਗੇ ਆਪਾਂ L upon A ਨੂੰ ਅਲੱਗ ਸਾਈਡ 'ਤੇ ਰੱਖ ਲਿਆ ਤਾਂ ਕਿ ਆਪਾਂ ਇਹਨੂੰ ਇਕੁਏਟ ਕਰ ਸਕੀਏ ਜਿਹੜੀ ਆਪਾਂ ਸਪੈਸੀਫਿਕ ਰੈਜ਼ਿਸਟੈਂਸ ਦੀ ਵੈਲਿਊ ਫਾਈਂਡ ਕੀਤੀ ਸੀ। ਉੱਥੇ ਆਪਣੇ ਕੋਲ ਵੈਲਿਊ ਕਿੰਨੀ ਆਈ ਸੀਗੀ R ਇਜ਼ ਇਕੁਅਲ ਟੂ ਰੋ L upon A। ਹੁਣ L upon A ਇਸ ਦੇ ਵਿੱਚ ਵੀ ਆ ਰਿਹਾ ਤੇ ਇੱਧਰ ਵੀ R ਦੇ ਇਕੁਅਲ ਆ, ਤਾਂ ਆਹ ਸਾਰੀ ਇਕੁਏਸ਼ਨ ਕਿਹਦੇ ਇਕੁਅਲ ਹੋ ਜੂਗੀ ਰੋ ਦੇ। ਤਾਂ ਰੋ ਕਿਹਦੇ ਇਕੁਅਲ ਹੋ ਗਿਆ M upon NE ਸਕੁਅਰ ਟਾਓ। ਹੁਣ ਨੈਕਸਟ ਆਪਣੇ ਕੋਲ ਹੈ ਕਿ ਜਿਹੜੀ ਰੈਜ਼ਿਸਟਿਵਿਟੀ ਸੀਗੀ ਕੰਡਕਟਰ ਦੀ ਉਹ ਕਿਹਦੇ ਉੱਪਰ ਡਿਪੈਂਡ ਕਰ ਗਈ ਕਿ ਇਨਵਰਸਲੀ ਪ੍ਰਪੋਰਸ਼ਨਲ ਕਿਹਦੇ ਆ ਜੂਗੀ ਜਿਹੜੇ ਫ੍ਰੀ ਇਲੈਕਟ੍ਰੋਨਸ, ਕਿੰਨੇ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ लाई ਕਰਦੇ ਆ। ਹੁਣ ਆਪਣੇ ਕੋਲ ਕੀ ਹੈ ਕਿ N ਦੀ ਵੈਲਿਊ ਦੇ ਉੱਪਰ ਡਿਪੈਂਡ ਕਰ ਰਹੇ ਆ। ਤਾਂ N ਦੀ ਵੈਲਿਊ ਕਿੱਥੇ ਡਿਪੈਂਡ ਕਰ ਰਹੀ ਸੀ ਕਿ ਮਟੀਰੀਅਲ ਦੀ ਨੇਚਰ ਕਿਵੇਂ ਦੀ ਦਿੱਤੀ ਹੋਈ ਹੈ, ਤਾਂ ਇਸੇ ਕਰਕੇ ਰੈਜ਼ਿਸਟਿਵਿਟੀ ਕੰਡਕਟਰ ਦੀ ਉਹ ਵੀ ਕਿਹਦੇ 'ਤੇ ਡਿਪੈਂਡ ਕਰੂਗੀ ਮਟੀਰੀਅਲ ਦੀ ਨੇਚਰ 'ਤੇ। ਯੂਨੀਵਰਸਲੀ ਪ੍ਰਪੋਰਸ਼ਨਲ ਕਿਹਦੇ ਆ ਰਹੀ ਸੀਗੀ ਐਵਰੇਜ ਰਿਲੈਕਸੇਸ਼ਨ ਟਾਈਮ ਟਾਓ ਜਿਹੜਾ ਫ੍ਰੀ ਇਲੈਕਟ੍ਰੋਨ ਦਾ ਸੀ। ਤਾਂ ਇਸੇ ਕਰਕੇ ਆਪਣੇ ਕੋਲ ਰਿਲੇਸ਼ਨ ਕੀ ਬਣਿਆ ਸੀ ਰੋ ਯੂਨੀਵਰਸਲੀ ਡਿਪੈਂਡ ਕਰਦਾ ਸੀ 1 upon ਟਾਓ। ਮਤਲਬ ਕੰਡਕਟਰ ਦੀ ਰੈਜ਼ਿਸਟਿਵਿਟੀ ਡਿਪੈਂਡ ਕਰਦੀ ਟੈਂਪਰੇਚਰ ਦੇ, ਤੇ ਇਨਕਰੀਜ਼ ਵੀ ਕਿਵੇਂ ਕਰਨਾ ਹੈ ਜੇ ਆਪਾਂ ਕੰਡਕਟਰ ਦਾ ਟੈਂਪਰੇਚਰ ਇਨਕਰੀਜ਼ ਕਰਾਂਗੇ। ਹੁਣ ਨੈਕਸਟ ਆਪਣੇ ਕੋਲ ਹੈ ਰੈਜ਼ਿਸਟਿਵਿਟੀ ਇਨ ਟਰਮਸ ਆਫ ਕਰੰਟ ਡੈਂਸਿਟੀ। ਤਾਂ ਹੁਣ ਆਪਣੇ ਕੋਲ ਰੋ ਦੀ ਵੈਲਿਊ ਕਿੰਨੀ ਸੀਗੀ M upon NE ਸਕੁਅਰ ਇੰਟੂ ਟਾਓ। ਹੋਰ ਆਪਣੇ ਕੋਲ ਨੈਕਸਟ ਇਕੁਏਸ਼ਨ ਬਣ ਰਹੀ ਸੀਗੀ ਕਰੰਟ ਡੈਂਸਿਟੀ ਦੀ ਫਾਰਮ ਦੇ ਵਿੱਚ E upon J ਦੇ ਇਕੁਅਲ ਰੋ। ਤਾਂ ਹੁਣ ਇਹਨਾਂ ਨੂੰ ਕੀ ਆਪਾਂ ਦੋਨਾਂ ਨੂੰ ਇਕੁਅਲ ਰੱਖ ਦੋ ਤਾਂ ਇਕੁਏਸ਼ਨ ਕਿੰਨੀ ਬਣ ਜੂਗੀ, ਜਾਂ ਤੁਸੀਂ 1.17 ਇਕੁਏਸ਼ਨ ਵੀ ਚੈੱਕ ਕਰ ਲਓ ਤਾਂ ਉੱਥੇ ਆਪਣੇ ਕੋਲ ਕੀ ਬਣ ਰਿਹਾ ਸੀਗਾ, ਤਾਂ ਉੱਥੋਂ ਆਪਣੇ ਕੋਲ ਸੀਗੀ I ਦੀ ਵੈਲਿਊ ਸੀਗੀ J ਡੋਟ DA, ਜਾਂ ਆਪਣੇ ਕੋਲ ਬਣ ਰਹੀ ਆ I ਇਜ਼ ਇਕੁਅਲ ਟੂ JA, J ਦੀ ਵੈਲਿਊ ਸੀਗੀ I upon A। ਤਾਂ ਇੱਥੋਂ ਆਪਣੇ ਕੋਲ ਕਰੰਟ ਡੈਂਸਿਟੀ ਦਾ ਰਿਲੇਸ਼ਨ ਆ ਰਿਹਾ ਸੀ। ਤਾਂ ਆਪਾਂ ਉਹੀ ਵੈਲਿਊਜ਼ ਇੱਥੇ ਯੂਜ਼ ਕਰਨੀਆਂ ਨੇ। ਤਾਂ ਹੁਣ ਇਕੁਏਟ ਕਰਕੇ ਆਪਣੇ ਕੋਲ ਫਿਰ ਕਿੰਨਾ ਰਿਲੇਸ਼ਨ ਹੋ ਜਾਊਗਾ, ਉਹ ਸਾਰੀਆਂ ਵੈਲਿਊਜ਼ ਆਪਾਂ ਇਕੁਏਟ ਕਰਨੀਆਂ ਨੇ। ਤਾਂ ਰਿਲੇਸ਼ਨ ਕਿੰਨਾ ਬਣਿਆ ਫਿਰ ਆਪਣੇ ਕੋਲੇ ਰੋ ਇਜ਼ ਇਕੁਅਲ ਟੂ E upon J, ਕਿਉਂਕਿ ਆਹ ਸਾਰੀ ਵੈਲਿਊ ਕਿਹਦੇ ਇਕੁਅਲ ਆ ਰਹੀ ਸੀਗੀ ਰੋ ਦੀ। ਤਾਂ ਹੁਣ ਨੈਕਸਟ ਆਪਣੇ ਕੋਲ ਰੈਜ਼ਿਸਟਿਵਿਟੀ ਇਨ ਟਰਮਸ ਆਫ ਇਲੈਕਟ੍ਰੋਨ ਮੋਬਿਲਿਟੀ। ਤਾਂ ਹੁਣ ਇਹਦੇ ਲਈ ਵੀ ਆਪਾਂ ਪਿਛਲੇ ਆਰਟੀਕਲਸ ਦੇ ਵਿੱਚੋਂ ਹੀ ਇਕੁਏਸ਼ਨਸ ਲਵਾਂਗੇ 1.19 ਤੇ 1.26। 1.26 ਆਪਣੇ ਕੋਲ ਇਕੁਏਸ਼ਨ ਸੀਗੀ ਰੋ ਇਜ਼ ਇਕੁਅਲ ਟੂ E upon J, ਐਂਡ 1.19 ਇਕੁਏਸ਼ਨ ਉਹ ਵਾਲੀ ਦੇਖੋ ਹੁਣ ਆਪਣੇ ਕੋਲ ਕਿਹੜੀ ਬਣ ਰਹੀ ਸੀਗੀ J ਇਜ਼ ਇਕੁਅਲ ਟੂ N BD ਇੰਟੂ E। ਤਾਂ ਇਹੀ ਇਕੁਏਸ਼ਨ ਆਪਾਂ ਪਿੱਛੇ ਯੂਜ਼ ਕਰਨੀ ਆ। ਤਾਂ ਵੀ ਇਕੁਏਟ ਕਰਕੇ ਫਿਰ ਆਪਣੇ ਕੋਲ ਰਿਲੇਸ਼ਨ ਬਣ ਜੂਗਾ ਰੋ ਇਜ਼ ਇਕੁਅਲ ਟੂ E upon NE ਇੰਟੂ VD। ਇਸੇ ਤਰ੍ਹਾਂ ਤੁਸੀਂ ਇਕੁਏਸ਼ਨਸ ਨੂੰ ਇਕੁਏਟ ਕਰਕੇ ਆਪਾਂ ਉਹਨਾਂ ਦੀ ਫਾਰਮ ਚੇਂਜ ਕਰੀ ਜਾਣੀ ਹੈ। ਤੇ ਬਟ ਨੈਕਸਟ ਆਪਾਂ ਕੀ ਜੇ VD ਨੂੰ ਮਿਊ E ਦੇ ਇਕੁਅਲ ਆਪਾਂ ਪੁੱਟ ਕਰਦੇ ਹਾਂ ਤਾਂ ਆਪਣੇ ਕੋਲ ਰੋ ਦੇ ਵਿੱਚ ਕਿੰਨੀ ਇਕੁਏਸ਼ਨ ਬਣ ਜੂਗੀ ਰੋ ਇਜ਼ ਇਕੁਅਲ ਟੂ E upon NE VD। VD ਦੀ ਵੈਲਿਊ ਪੁੱਟ ਕਰੋ ਮਿਊ E, E ਨਾਲ E ਕੱਟ ਤਾਂ ਇਕੁਏਸ਼ਨ ਕਿੰਨੀ ਹੋਗੀ 1 upon NE ਇੰਟੂ ਮਿਊ।
ਹੁਣ ਨੈਕਸਟ ਇਸੇ ਤਰ੍ਹਾਂ 1.27 ਇਕੁਏਸ਼ਨ ਦੇਖੋ ਆਪਣੇ ਕੋਲੇ। ਹੁਣ ਇੱਥੇ ਆਪਣੇ ਕੋਲੇ ਵੈਲਿਊ ਸੀਗੀ BD ਇਜ਼ ਇਕੁਅਲ ਟੂ E/NE ਇੰਟੂ ਰੋ। ਇਹਨੂੰ ਆਪਾਂ ਕੀ ਕੀਤਾ, ਰੀਅਰੇਂਜ ਕਰ ਦੇਣਾ। ਬਟ E ਕਿਹਦੇ ਇਕੁਅਲ ਹੁੰਦਾ ਹੈ V/L, ਤਾਂ E ਦੀ ਵੈਲਿਊ ਪੁੱਟ ਕਰ ਦਿਓ V/L। ਤੇ ਇਸੇ ਤਰ੍ਹਾਂ ਤੁਸੀਂ ਰੀਅਰੇਂਜ ਕਰਨੀਆਂ ਨੇ ਇਕੁਏਸ਼ਨਸ। ਤਾਂ ਇੱਦਾਂ ਆਪਣੇ ਘਰ ਕੀ ਹੋ ਜਾਊਗਾ, ਉਹਨਾਂ ਦੀ ਫਾਰਮ ਚੇਂਜ ਹੋਈ ਜਾਊਗੀ। ਨੈਕਸਟ ਹੈ ਕੰਡਕਟੈਂਸ ਐਂਡ ਕੰਡਕਟਿਵਿਟੀ। ਕੰਡਕਟੈਂਸ ਆਪਣੇ ਕੋਲ ਕੀ ਆ, ਕੰਡਕਟਰ ਦੀ ਜਿੰਨੀ ਰੈਜ਼ਿਸਟੈਂਸ ਆ ਰਹੀ ਸੀ, ਜੇ ਆਪਾਂ ਉਹਦਾ ਰੈਸੀਪ੍ਰੋਕਲ ਫਾਈਂਡ ਕਰਦੇ ਹਾਂ ਤਾਂ ਉਹ ਵੈਲਿਊ ਆਪਣੇ ਕੋਲ ਕੀ ਹੁੰਦੀ ਹੈ, ਕੰਡਕਟੈਂਸ। ਕੰਡਕਟੈਂਸ ਨੂੰ ਆਪਾਂ ਸ਼ੋਅ ਕਰਦੇ ਹਾਂ G ਦੇ ਨਾਲ, ਤਾਂ G ਕਿਹਦੇ ਇਕੁਅਲ ਹੋ ਗਿਆ 1/R। ਤਾਂ SI ਯੂਨਿਟ ਕੀ ਹੋ ਜੂਗੀ, ਓਮ ਇਨਵਰਸ। ਹੁਣ ਆਪਣੇ ਕੋਲ ਕੀ ਸੀਗਾ, ਓਮ ਇਨਵਰਸ ਦਾ, ਆਪਾਂ ਕੀ ਉਲਟ ਕਰਕੇ ਲਿਖ ਸਕਦੇ ਹਾਂ MHO। ਤਾਂ ਕਿੰਨੀ ਹੋ ਜੂਗੀ, ਮਹੋ। ਉਹ ਕਿਹਦੀ ਆਪਣੇ ਕੋਲ ਯੂਨਿਟ ਆ ਜੂਗੀ, ਕੰਡਕਟੈਂਸ G ਦੀ। ਹੋਰ ਆਪਣੇ ਕੋਲ ਨੈਕਸਟ ਕੀ ਆ, ਕੰਡਕਟਿਵਿਟੀ। ਤਾਂ ਕੰਡਕਟਿਵਿਟੀ ਨੂੰ ਆਪਾਂ ਸ਼ੋਅ ਕਰਨਾ ਸਿਗਮਾ ਦੇ ਨਾਲ। ਤਾਂ ਇਹ ਆਪਣੇ ਕੋਲ ਕੀ ਆ, ਰੈਜ਼ਿਸਟਿਵਿਟੀ ਹੈ ਜਿਹੜੀ, ਉਹਦਾ ਰੈਸੀਪ੍ਰੋਕਲ ਹੋਊਗਾ। ਰੈਜ਼ਿਸਟਿਵਿਟੀ ਨੂੰ ਆਪਾਂ ਸ਼ੋਅ ਕੀਤਾ ਸੀਗਾ ਰੋ ਦੇ ਨਾਲ, ਤਾਂ ਸਿਗਮਾ ਕਿਹਦੇ ਇਕੁਅਲ ਹੋ ਗਿਆ 1/ρ। ਬਟ ਨੈਕਸਟ ਆਪਣੇ ਕੋਲ ਕੀ ਸੀ ਕਿ ਰੋ ਕਿਹਦੇ ਇਕੁਅਲ ਸੀਗਾ E/J ਦੇ। ਤਾਂ ਵੈਲਿਊ ਪੁੱਟ ਕਰ ਦੋ ਇਹਦੇ ਵਿੱਚ, ਸਿਗਮਾ ਇਜ਼ ਇਕੁਅਲ ਟੂ 1/ρ ਸੀ, ਤਾਂ 1/E/J। ਜੇ ਨੇ ਕਿ ਨਿਊਮੀਰੇਟਰ ਚਲ ਜਾਣਾ, ਤਾਂ J/E। ਤਾਂ ਸਿਗਮਾ ਕਿਹਦੇ ਇਕੁਅਲ ਹੋ ਗਿਆ J/E ਦੀ। ਫਿਰ ਹੁਣ ਨੈਕਸਟ ਆਪਣਾ ਕੀ ਕਰਨਾ ਕਿ 1.28 ਤੇ 1.31 ਦੋਨੋਂ ਇਕੁਏਸ਼ਨਸ ਨੂੰ ਆਪਾਂ ਫਿਰ ਇਕੁਏਟ ਕਰਨਾ। ਤਾਂ ਹੁਣ ਉਹ ਇਕੁਏਟ ਕਰਕੇ ਫਿਰ ਆਪਣੇ ਕੋਲ ਰਿਲੇਸ਼ਨ ਵੀ ਕਿੰਨਾ ਆ ਜਾਊਗਾ, ਸਿਗਮਾ ਇਜ਼ ਇਕੁਅਲ ਟੂ NE μ। ਤਾਂ ਉਹ ਆਪਣੇ ਕੋਲ ਕਿਵੇਂ ਆਇਆ ਸੀਗਾ ਕਿ ਰੋ ਕਿਹਦੇ ਇਕੁਅਲ ਸੀਗਾ 1/NE ਰੋ, NE μ। ਬਟ ਸਿਗਮਾ ਕਿਹਦੇ ਇਕੁਅਲ ਸੀਗਾ 1/ρ ਦੇ। ਤਾਂ ਵੈਲਿਊ ਪੁੱਟ ਕਰ ਦਿਓ, ਕਿਉਂਕਿ ਰੋ ਕਿਹਦੇ ਇਕੁਅਲ ਸੀ 1/NE ਇੰਟੂ μ। ਤਾਂ 1/NE μ ਪੁੱਟ ਕੀਤਾ, ਤਾਂ NE μ ਨੇ ਕੀ ਕਰਨਾ, ਨਿਊਮੀਰੇਟਰ 'ਚ ਚਲ ਜਾਣਾ। ਤਾਂ ਇਕੁਏਸ਼ਨ ਕਿੰਨੀ ਬਣ ਗਈ, ਸਿਗਮਾ ਇਜ਼ ਇਕੁਅਲ ਟੂ NE ਇੰਟੂ μ। ਹੁਣ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਇਲੈਕਟ੍ਰੀਕਲ ਐਨਰਜੀ ਐਂਡ ਇਲੈਕਟ੍ਰੀਕਲ ਪਾਵਰ। ਤਾਂ ਇਲੈਕਟ੍ਰਿਕ ਐਨਰਜੀ ਆਪਣੇ ਕੋਲ ਕੀ ਆ ਕਿ ਜਿਹੜਾ ਆਪਾਂ EMF ਦਾ ਸੋਰਸ ਲਗਾਇਆ ਹੋਇਆ, ਉਹਨੂੰ ਕਿੰਨਾ ਕੰਮ ਕਰਨਾ ਪੈ ਰਿਹਾ, ਜਾਂ ਉਹਨੇ ਕਿੰਨੀ ਐਨਰਜੀ ਸਪਲਾਈ ਕੀਤੀ ਹੋਈ ਆ ਕਿ ਸਰਕਟ ਦੇ ਵਿੱਚ ਉਹ ਇਲੈਕਟ੍ਰਿਕ ਕਰੰਟ ਨੂੰ ਮੇਨਟੇਨ ਕਰਕੇ ਰੱਖ ਸਕੇ ਦਿੱਤੇ ਹੋਏ ਟਾਈਮ ਦੇ ਵਿੱਚ। ਤਾਂ ਉਹ ਆਪਣੇ ਕੋਲ ਕੀ ਹੋ ਜੂਗੀ ਕਿ ਉਸ ਸਰਕਟ ਦੇ ਅੰਦਰ ਕਿੰਨੀ ਐਨਰਜੀ ਕੰਜ਼ਿਊਮ ਹੋਈ ਆ। ਤਾਂ ਜੇ ਆਪਣੇ ਕੋਲ ਰੈਜ਼ਿਸਟੈਂਸ R ਦਿੱਤਾ ਹੋਇਆ, ਤਾਂ ਉਸ ਦੇ ਅਕਰੋਸ ਆਪਾਂ ਪੋਟੈਂਸ਼ੀਅਲ ਡਿਫਰੈਂਸ V ਅਪਲਾਈ ਕੀਤਾ। ਤਾਂ ਓਮਸ ਲਾਅ ਨੇ ਕੀ ਡਿਫਾਈਨ ਕੀਤਾ ਸੀਗਾ ਕਿ V ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ I ਦੇ। ਤਾਂ ਇੱਥੋਂ V ਕਿਹਦੇ ਇਕੁਅਲ ਹੋ ਜੂਗਾ IR ਦੇ। R ਆਪਣੇ ਕੋਲ ਕੀ ਸੀਗਾ, ਕੌਨਸਟੈਂਟ ਆਫ ਪ੍ਰਪੋਰਸ਼ਨੈਲਿਟੀ, ਜਿਹਨੂੰ ਆਪਾਂ ਕੀ ਕਹਿ ਕੇ ਚੱਲੇ ਸੀਗੇ, ਰੈਜ਼ਿਸਟੈਂਸ ਦੀ ਵੈਲਿਊ R। ਹੁਣ ਆਪਾਂ ਸਪੋਜ਼ ਕਰਦੇ ਹਾਂ ਕਿ ਰਜਿਸਟਰ ਦੇ ਅੰਦਰ ਟਾਈਮ T ਦੇ ਲਈ ਕਰੰਟ I ਫਲੋ ਕਰ ਰਿਹਾ, ਤਾਂ ਟੋਟਲ ਚਾਰਜ ਦੀ ਵੈਲਿਊ ਕਿੰਨੀ ਹੋ ਜੂਗੀ ਰਜਿਸਟਰ ਦੇ ਅੰਦਰ, Q ਇਜ਼ ਇਕੁਅਲ ਟੂ IT। ਕਿਉਂਕਿ I ਕਿਹਦੇ ਇਕੁਅਲ ਹੁੰਦਾ ਹੈ, ਚਾਰਜ ਪਰ ਯੂਨਿਟ ਟਾਈਮ। ਤਾਂ ਇੱਥੋਂ Q ਦੀ ਵੈਲਿਊ ਕਿੰਨੀ ਹੋ ਗਈ I ਇੰਟੂ T। ਤਾਂ ਹੁਣ ਆਪਾਂ ਨੈਕਸਟ ਕਿਹਾ ਕਿ ਜਿਹੜਾ ਕੰਡਕਟਰ ਦਿੱਤਾ ਹੋਇਆ ਸੀ, ਉਹਦੇ ਐਂਡ ਦੇ ਅਕਰੋਸ, ਮਤਲਬ AB ਦੇ ਐਂਡ ਦੇ ਅੰਦਰ ਆਪਾਂ ਲੈ ਕੇ ਚੱਲਦੇ ਹਾਂ ਕਿ ਐਂਡ A ਤੋਂ B ਤੱਕ ਜਿਹੜਾ ਆਪਾਂ ਪੋਟੈਂਸ਼ੀਅਲ ਅਪਲਾਈ ਕੀਤਾ ਹੋਇਆ, ਤਾਂ A ਦੇ ਉੱਪਰ ਕੀ ਆ, ਪੋਟੈਂਸ਼ੀਅਲ ਦੀ ਵੈਲਿਊ ਜ਼ਿਆਦਾ ਹੋਊਗੀ B ਦੇ ਨਾਲੋਂ। ਕਿੰਨੀ ਅਮਾਊਂਟ ਦੇ ਨਾਲ, V ਦੇ ਨਾਲ। ਤਾਂ ਕੀ ਆ, ਕਰੰਟ ਨੇ ਫਲੋ ਕਰਨਾ ਸ਼ੁਰੂ ਕੀਤਾ। ਤਾਂ ਇਸੇ ਕਰਕੇ ਆਪਾਂ ਕੀ ਸਪੋਜ਼ ਹੈਗਾ ਨੈਕਸਟ ਕਿ ਜਿਹੜਾ ਯੂਨਿਟ ਚਾਰਜ ਆ, ਉਹਨੇ ਕੀ ਫਲੋ ਕਰਨਾ ਸ਼ੁਰੂ ਕਰਨਾ, ਕ੍ਰੋਸ ਕਰ ਰਿਹਾ ਹੈ। ਕਿਵੇਂ ਫਲੋ ਕਰ ਰਿਹਾ ਕਿ ਰਜਿਸਟਰਸ ਦੇ ਅੰਦਰ ਐਂਡ B ਤੋਂ A ਤੱਕ ਜਾ ਰਿਹਾ। ਕਿੱਥੋਂ ਜਾ ਰਿਹਾ, ਜਿੱਥੇ ਲੋਅਰ ਪੋਟੈਂਸ਼ੀਅਲ ਅਪਲਾਈ ਕੀਤਾ ਹੋਇਆ ਸੀ, ਲੋਅਰ ਟੂ ਹਾਇਰ ਜਾਣਾ ਸ਼ੁਰੂ ਕੀਤਾ। ਤਾਂ ਵਰਕ ਕਿੰਨਾ ਆਪਾਂ ਨੂੰ ਕਰਨਾ ਪਿਆ, V ਅਮਾਊਂਟ ਦਾ, ਜਿੰਨਾ ਉੱਥੇ ਆਪਾਂ ਪੋਟੈਂਸ਼ੀਅਲ ਡਿਫਰੈਂਸ ਦਿੱਤਾ ਹੋਇਆ ਸੀ। ਜਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਯੂਨਿਟ ਚਾਰਜ ਨੇ ਫਲੋ ਕਰਨਾ A ਤੋਂ B ਤੱਕ, ਤਾਂ ਕਿੰਨੀ ਐਨਰਜੀ ਅਪਲਾਈ ਕਰਨੀ ਪਊਗੀ, ਇਕੁਅਲ ਟੂ V ਉਹਨੇ ਗੇਨ ਕਰਨੀ ਹੈ। ਤਾਂ ਐਨਰਜੀ ਜਿੰਨੀ ਗੇਨ ਕੀਤੀ ਹੈ ਚਾਰਜ Q ਨੂੰ ਪਾਸ ਕਰਨ ਦੇ ਲਈ ਟਾਈਮ T ਦੇ ਵਿੱਚ, ਤਾਂ ਵਰਕ ਡਨ ਕਿਹਦੇ ਇਕੁਅਲ ਹੋ ਗਿਆ V ਇੰਟੂ Q। ਬਟ Q ਦੀ ਵੈਲਿਊ ਆਪਣੇ ਕੋਲ ਕਿੰਨੀ ਸੀਗੀ IT, ਤਾਂ W ਕਿਹਦੇ ਇਕੁਅਲ ਹੋ ਗਿਆ VIT ਦੇ। ਤਾਂ ਜਿੰਨੀ ਐਨਰਜੀ ਗੇਨ ਕੀਤੀ ਹੋਈ ਹੈ ਚਾਰਜਸ ਨੇ, ਤਾਂ ਉਹ ਸਾਰੀ ਕਿਵੇਂ ਆਪਾਂ ਨੂੰ ਅਪੀਅਰ ਹੋ ਗਈ ਇਨ ਦੀ ਫਾਰਮ ਆਫ ਕਾਈਨੈਟਿਕ ਐਨਰਜੀ, ਜੇ ਉਹ ਰਜਿਸਟੈਂਸ ਦੇ ਅੰਦਰ ਫ੍ਰੀ ਹੈਗੇ ਨੇ ਮੂਵ ਕਰਨ ਦੇ ਲਈ ਤਾਂ ਹੀ। ਬਟ ਹੁਣ ਕੀ ਹੈ, ਜੇ ਰਜਿਸਟਰ ਦੇ ਅੰਦਰ ਉਹ ਪਾਸ ਕਰਨਾ ਸ਼ੁਰੂ ਕਰਦੇ ਆ, ਤਾਂ ਉਹਨਾਂ ਨੇ ਕੀ ਕਰਨਾ, ਆਇਨਸ ਦੇ ਐਟਮਸ ਦੇ ਨਾਲ ਕੋਲਾਈਡ ਕਰਨਾ ਸ਼ੁਰੂ ਕਰ ਦੇਣਾ, ਲਗਾਤਾਰ ਸਟਰਾਈਕ ਕਰਦੇ ਰਹਿਣਗੇ। ਤਾਂ ਇਸੇ ਕਰਕੇ ਕੀ ਹੈ, ਹੁਣ ਜੇ ਉਹ ਐਕਸਲੇਟ ਨਹੀਂ ਹੋ ਰਹੇ, ਬਟ ਉਹਨਾਂ ਨੇ ਕੀ ਕਰਨਾ, ਸਟੀਡੀ ਡ੍ਰਿਫਟ ਵੈਲੋਸਿਟੀ ਅਕਵਾਇਰ ਕਰ ਲਈ, ਉਹ ਹੌਲੀ ਹੌਲੀ ਮੂਵ ਕਰਦੇ ਆ। ਤਾਂ ਇੱਕ ਨੈਕਸਟ ਆਪਣੇ ਕੋਲ ਕੀ ਆ, ਜਿਹੜੀ ਐਨਰਜੀ ਗੇਨ ਕੀਤੀ ਹੋਈ ਹੈ ਚਾਰਜਸ ਨੇ, ਤਾਂ ਉਹ ਕੀ ਆਇਨਸ ਦੇ ਐਟਮਸ ਦੇ ਨਾਲ ਉਹਨਾਂ ਨੇ ਸ਼ੇਅਰ ਕਰਨ ਵਾਲੀ ਹੈ। ਹੁਣ ਇਸੇ ਕਰਕੇ ਜਿਹੜੇ ਆਇਨਸ ਦੇ ਐਟਮਸ ਨੇ, ਉਹਨਾਂ ਨੇ ਰਜਿਸਟੈਂਸ ਦੇ ਅੰਦਰ ਕੀ ਆ, ਵਾਈਬ੍ਰੇਟ ਕਰਨਾ ਸ਼ੁਰੂ ਕਰਦੇ ਆ ਆਪਣੀ ਓਰੀਜਨਲ ਪੋਜੀਸ਼ਨ ਦੇ ਅਕਰੋਸ। ਤਾਂ ਉਹ ਜਦੋਂ ਇੱਦਾਂ ਵਾਈਬ੍ਰੇਟ ਕਰਨਾ ਸ਼ੁਰੂ ਕਰਨਗੇ, ਤਾਂ ਉਹਨਾਂ ਨੇ ਕੀ ਹੀਟ ਕਰਨਾ ਸ਼ੁਰੂ ਕਰ ਦੇਣਾ, ਗਰਮ ਹੋਣ ਲੱਗ ਜਾਂਦੇ ਆ। ਤਾਂ ਇਸੇ ਕਰਕੇ ਜਦੋਂ ਕਰੰਟ ਨੂੰ ਪਾਸ ਕਰਨਾ ਆਪਾਂ ਰਜਿਸਟਰ ਦੇ ਅੰਦਰ ਟਾਈਮ T ਦੇ ਲਈ,
ਤੁਹਾਨੂੰ ਕੀ ਆ ਥੋੜ੍ਹੇ ਜਿਹੇ ਅਮਾਊਂਟ ਦੇ ਵਿੱਚ એનર્ਜੀ ਡਿਸਿਪੇਟ ਕਰਨਗੇ ਤਾਂ ਉਹ ਕਿਹਦੇ ਇਕੁਅਲ ਹੋਊਗੀ, ਜਿੰਨੀ ਚਾਰਜਸ ਨੇ એનર્ਜੀ ਗੇਨ ਕੀਤੀ ਹੋਈ ਹੈ ਤਾਂ ਉਹ W ਕਿਹਦੇ ਇਕੁਅਲ ਹੋ ਗਿਆ VIT। ਹੁਣ V ਨੂੰ ਆਪਾਂ ਵੋਲਟ 'ਚ ਮੈਜਰ ਕਰਦੇ ਹਾਂ, ਕਰੰਟ ਨੂੰ ਐਂਪੀਅਰ 'ਚ, ਟਾਈਮ ਸੈਕਿੰਡ 'ਚ, ਤਾਂ એનર્ਜੀ ਨੂੰ ਕਿਹਦੇ ਵਿੱਚ ਮੈਜਰ ਕੀਤਾ ਆਪਾਂ ਜਾਊਲ ਦੇ ਵਿੱਚ। ਹੁਣ ਨੈਕਸਟ ਹੈ ਆਪਣੇ ਕੋਲ ਇਲੈਕਟ੍ਰਿਕ ਪਾਵਰ। ਇਲੈਕਟ੍ਰਿਕ ਪਾਵਰ ਦੇ ਵਿੱਚ ਕੀ ਆ ਕਿ ਕਿੰਨੇ ਰੇਟ ਦੇ ਉੱਪਰ ਆਪਾਂ ਨੂੰ ਕੰਮ ਕਰਨਾ ਪੈ ਰਿਹਾ ਹੈ, ਜਿਹੜਾ ਆਪਾਂ ਉੱਥੇ EMF ਨੂੰ ਅਪਲਾਈ ਕੀਤਾ ਸੀ, EMF ਨੇ ਕੰਮ ਕਰਨਾ ਤਾਂ ਕਿੰਨੇ ਰੇਟ ਦੇ ਉੱਪਰ, ਤਾਂ ਕਿ ਉਹ ਸਰਕਟ ਦੇ ਅੰਦਰ ਕਰੰਟ ਨੂੰ ਮੇਨਟੇਨ ਕਰਕੇ ਰੱਖ ਸਕੇ। ਤਾਂ ਹੁਣ ਇਸੇ ਕਰਕੇ ਪਾਵਰ ਕਿਹਦੇ ਇਕੁਅਲ ਹੋ ਗਿਆ W/T, ਬਟ W ਕਿਹਦੇ ਇਕੁਅਲ ਸੀਗਾ VIT, ਜਿਹੜੀ ਇਕੁਏਸ਼ਨ ਆਪਾਂ ਹੁਣੇ ਡਰਾਈਵ ਕੀਤੀ ਸੀ। ਤਾਂ ਹੁਣ ਕਿੰਨਾ ਹੋ ਜਾਊਗਾ W ਕਿਹਦੇ ਇਕੁਅਲ ਹੋ ਗਿਆ VIT ਅਪੋਨ T ਸੀਗਾ ਆਪਣੇ ਕੋਲੇ VIT/T, T ਨਾਲ T ਕੱਟ ਹੋ ਗਿਆ ਤਾਂ P ਕਿਹਦੇ ਇਕੁਅਲ ਆ ਗਿਆ VI। ਤਾਂ ਪਾਵਰ ਨੂੰ ਆਪਾਂ ਮੈਜਰ ਕਰਦੇ ਹਾਂ ਵਾਟ ਦੇ ਵਿੱਚ। 1 ਕਿਲੋਵਾਟ ਕਿਹਦੇ ਇਕੁਅਲ ਆ 10⁻³ ਵਾਟ, 1 ਮੈਗਾਵਾਟ ਇਜ਼ ਇਕੁਅਲ ਟੂ 10⁻6 ਵਾਟ। ਹੁਣ ਇਲੈਕਟ੍ਰਿਕ ਪਾਵਰ ਆਪਾਂ ਦੇਖਣੀ ਇਨ ਟਰਮਸ ਆਫ I ਐਂਡ R। ਹੁਣ ਆਪਣੇ ਕੋਲੇ ਕੀ ਸੀਗਾ ਓਮ ਕਿ V ਕਿਹਦੇ ਇਕੁਅਲ ਆ IR, ਜਿਹੜਾ ਆਪਾਂ ਓਮਸ ਲਾਅ ਤੋਂ ਡਿਫਾਈਨ ਕੀਤਾ ਸੀ। ਤਾਂ ਹੁਣ P ਦੀ ਵੈਲਿਊ ਦੇਖੋ ਆਪਣੇ ਕੋਲ ਇੱਥੇ ਕਿੰਨੀ ਸੀਗੀ VI, ਤਾਂ V ਦੀ ਵੈਲਿਊ ਆਪਾਂ IR ਪੁੱਟ ਕੀਤੀ, ਤਾਂ ਫਿਰ ਇਕੁਏਸ਼ਨ ਕੀ ਬਣ ਜੂਗੀ IR/I, ਤਾਂ I² ਹੁਣ ਜੇ V ਤੇ R ਦੀ ਫਾਰਮ 'ਚ ਦੇਖਣੀ ਹੈ ਤਾਂ I ਦੀ ਵੈਲਿਊ ਆਪਾਂ ਪੁੱਟ ਕਰਾਂਗੇ V/R, ਤਾਂ ਫਿਰ ਇਕੁਏਸ਼ਨ ਕਿੰਨੀ ਬਣ ਗਈ P ਇਜ਼ ਇਕੁਅਲ ਟੂ V² ਅਪੋਨ R² ਇੰਟੂ R, ਇੱਕ R ਨਾਲ R ਕੱਟ, ਤਾਂ P ਕਿਹਦੇ ਇਕੁਅਲ ਹੋ ਗਿਆ V² ਅਪੋਨ R। ਹੁਣ ਯੂਨਿਟਸ ਆਪਾਂ ਜੇ ਫਾਈਂਡ ਕਰਨੀ ਇਲੈਕਟ੍ਰਿਕ ਐਨਰਜੀ ਦੀਆਂ, ਤਾਂ ਵਰਕ ਡਨ ਕਿਹਦੇ ਇਕੁਅਲ ਹੋ ਗਿਆ W ਇਜ਼ ਇਕੁਅਲ ਟੂ PT, ਕਿਉਂਕਿ VI ਕਿਹਦੇ ਇਕੁਅਲ ਸੀਗਾ P ਦੀ, ਤਾਂ ਉਹ ਕਿੰਨਾ ਹੋ ਜਾਊਗਾ 1 ਵਾਟ ਆਰ ਇਜ਼ ਇਕੁਅਲ ਟੂ 1 ਵਾਟ ਇੰਟੂ 1 ਆਰ। ਤਾਂ ਆਹ ਸਾਰੀਆਂ ਆਪਣੇ ਯੂਨਿਟਸ ਕਰਨੀਆਂ ਨੇ। ਥੈਂਕ ਯੂ।